ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਓ ਗੁਰਮੁਖ ਪਿਆਰਿਓ, ਆਓ ਥੋੜਾ ਲੇਟ ਤਾਂ ਹੋ ਗਏ ਆਪਾਂ। ਆਓ ਸਾਰੇ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਆਪਾਂ ਵਿਚਾਰ ਰਹੇ ਸੀ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ ਨੂੰ। ਕੱਲ ਵਿਚਾਰਦੇ ਸੀ ਕਿ ਮਨ ਜਦੋਂ ਅਕਾਲ ਪੁਰਖ ਦੇ ਅੱਗੇ ਬੇਨਤੀ ਕਰਦਾ ਹੈ ਕਿ ਮੈਂ ਇੱਕ ਕਿਲਾ ਹਾਂ ਤੇ ਪੰਜ ਵਿਖਾਦੀ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਕਿ ਹੇ ਪ੍ਰਭੂ ਮੈਨੂੰ ਉਹਨਾਂ ਤੋਂ ਬਚਾਓ, ਉਹਨਾਂ ਤੋਂ ਮੈਨੂੰ ਰੱਖੋ, ਕਿਉਂਕਿ ਪਰਮੇਸ਼ਰ ਸਮਰੱਥ ਹੈ। ਤੇ ਫਿਰ ਜਦੋਂ ਕਿਰਪਾ ਕੀਤੀ ਤੇ ਫਿਰ ਸਮਝਾਉਂਦੇ ਨੇ ਕਿ ਅਸੀਂ ਉਹਨਾਂ ਪੰਜਾਂ ਵਿਖਾਦੀਆਂ ਨੂੰ ਜਿੱਤ ਲਿਆ। ਜੀਤ ਲਏ ਓਏ ਮਹਾਂ ਵਿਖਾਦੀ ਸਹਿਜ ਸੁਹੇਲੀ ਬਾਣੀ। ਵੀ ਉਹ ਸਹਿਜ ਦੀ ਬਾਣੀ ਜਿਹੜੀ ਸੁਹੇਲੀ ਬਾਣੀ ਹੈ, ਉਸ ਦਾ ਗਿਆਨ ਲੈ ਕੇ ਪੰਜਾਂ ਨੂੰ ਜਿੱਤ ਲਿਆ। ਕਹੋ ਨਾਨਕ ਮਨ ਭਇਆ ਪ੍ਰਗਾਸਾ, ਪਾਇਆ ਪਦ ਨਿਰਬਾਣੀ। ਤੇ ਨਿਰਵਾਣ ਪਦ ਪ੍ਰਾਪਤ ਹੋ ਗਿਆ, ਕਿਉਂਕਿ ਮਨ ਪ੍ਰਕਾਸ਼ ਹੋ ਗਿਆ। ਪ੍ਰਕਾਸ਼ ਦੇ ਵਿੱਚ ਸਮਾ ਕੇ ਸਾਨੂੰ ਜਿਹੜਾ ਚੌਥਾ ਪਦ ਹੈ, ਨਿਰਵਾਣ ਪਦ ਹੈ, ਨਿਜ ਪਦ ਜਿਸ ਨੂੰ ਕਹਿੰਦੇ ਨੇ, ਉਨਮਨ ਤੁਰੀ ਅਵਸਥਾ, ਬਹੁਤ ਸਾਰੇ ਨਾਮ ਦਿੱਤੇ ਨੇ, ਗਗਨ, ਉਹ ਫਿਰ ਪ੍ਰਾਪਤ ਹੋ ਜਾਂਦਾ ਹੈ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅੱਗੇ ਵਿਚਾਰ ਕਰਦੇ ਹਾਂ। ਅਗਲਾ ਸ਼ਬਦ ਹੈ ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ ਉਹ ਅਬਿਨਾਸੀ ਰਾਇਆ। ਉਹ ਪਰਮੇਸ਼ਰ ਜੋ ਹੈ ਅਬਿਨਾਸੀ ਹੈ, ਉਹ ਮਾਲਕ ਹੈ, ਰਾਜਾ ਹੈ, ਪਾਤਸ਼ਾਹ ਹੈ। ਨਿਰਭਉ ਸੰਗ ਤੁਮਾਰਾ ਵਸਤੇ, ਇਹ ਡਰਨ ਕਹਾਂ ਤੇ ਆਇਆ। ਉਹ ਨਿਰਭਉ ਹੈ ਪ੍ਰਭੂ, ਤੇ ਉਹ ਸਾਡੇ ਸੰਗ ਵਸਦਾ ਹੈ। ਫਿਰ ਡਰਨ ਕਿੱਥੋਂ ਆ ਗਿਆ? ਕਿਉਂਕਿ ਡਰਦੇ ਕਦੋਂ ਹਾਂ? ਜਦੋਂ ਅਸੀਂ ਵਿਛੜੇ ਹਾਂ। ਜਿਵੇਂ ਬੱਚਾ ਹੈ, ਜਿੰਨੀ ਦੇਰ ਇਕੱਲਾ ਹੈ ਡਰਦਾ ਹੈ, ਜਦੋਂ ਉਸਦੇ ਮਾਂ ਬਾਪ ਸੰਗ ਹੁੰਦੇ ਨੇ ਤੇ ਬੱਚੇ ਨੂੰ ਡਰ ਨਹੀਂ ਹੁੰਦਾ। ਇੱਦਾਂ ਹੀ ਸਾਡਾ ਮਨ ਜਦੋਂ ਉਸ ਪ੍ਰਭੂ ਦੇ ਨਾਲ ਵਸਦਾ ਹੈ, ਨਿਰਭਉ ਦੇ ਨਾਲ ਵਸਦਾ ਹੈ, ਫਿਰ ਸਾਡੇ ਮਨ ਦਾ ਭੈ ਵੀ ਖਤਮ ਹੋ ਜਾਂਦਾ ਹੈ। ਫਿਰ ਡਰ ਨਹੀਂ ਹੈ, ਕਿਉਂਕਿ ਪਰਮੇਸ਼ਰ ਸਮਰੱਥ ਹੈ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਏਕ ਮਹਿਲ ਤੂੰ ਹੋਏ ਅਫਾਰੋ, ਏਕ ਮਹਿਲ ਨੇ ਮਾਨੋ। ਹੁਣ ਮਨ ਨੂੰ ਸਮਝਾਉਂਦੇ ਨੇ ਦੋ ਮਹਿਲ ਨੇ ਮਨ। ਇੱਕ ਤਾਂ ਬਗਾਨਾ ਮਹਿਲ ਹੈ, ਬਗਾਨਾ ਘਰ ਹੈ, ਨੌਦਾਰਾਂ ਦਾ, ਜਿਹੜਾ ਆ ਕੇ ਮਨ ਮਾਇਆ ਦੇ ਦੇਸ਼ ਵਿੱਚ ਆਉਂਦਾ ਹੈ। ਤੇ ਇੱਕ ਸਾਡਾ ਨਿਜ ਮਹਿਲ ਹੈ। ਹੁਣ ਸਮਝਾਉਂਦੇ ਨੇ ਵੀ ਇੱਕ ਮਨ ਇੱਕ ਮਹਿਲ 'ਚ ਜਾਂਦਾ ਹੈ, ਉੱਥੇ ਹੰਕਾਰ ਕਰਦਾ ਹੈ, ਤੇ ਇੱਕ ਮਹਿਲ ਦੇ ਵਿੱਚ ਮਨ ਨਿਮਾਣਾ ਹੋ ਕੇ ਜਾਂਦਾ ਹੈ, ਨਿਭ ਕੇ ਜਾਂਦਾ ਹੈ। ਇੱਕ ਮਹਿਲ ਦੇ ਵਿੱਚ ਹੰਕਾਰੀ ਹੈ। ਜਦੋਂ ਆਪਾਂ ਬਾਹਰ ਚੱਲਦੇ ਹਾਂ, ਮਾਇਆ ਦੇ ਦੇਸ਼ ਵਿੱਚ ਚੱਲਦੇ ਹਾਂ, ਉੱਥੇ ਮਨ ਹੰਕਾਰ ਦੇ ਵਿੱਚ ਚੱਲਦਾ ਹੈ, ਅਫਾਰੋ ਹੈ। ਤੇ ਜਦੋਂ ਆਪਣੇ ਮਹਿਲ ਵਿੱਚ ਜਾਂਦਾ, ਉਦੋਂ ਨਿਮ ਕੇ ਜਾਂਦਾ ਹੈ, ਨਿਭ ਕੇ ਜਾਂਦਾ ਹੈ, ਉਦੋਂ ਇਸ ਨੂੰ ਨਿਮਾਣਾ ਕਹਿੰਦੇ ਹਾਂ। ਏਕ ਮਹਿਲ ਤੂੰ ਆਪੇ ਆਪੇ, ਏਕ ਮਹਿਲ ਗਰੀਬਾਂ ਨੂੰ। ਇੱਕ ਮਹਿਲ ਵਿੱਚ ਇਹ ਆਪਣੇ ਆਪ ਨੂੰ ਹੀ ਬਹੁਤ ਕੁਛ ਕਰ ਸਤਾਉਂਦਾ ਹੈ, ਤੇ ਇੱਕ ਮਹਿਲ ਵਿੱਚ ਜਾ ਕੇ ਫਿਰ ਇਹ ਗਰੀਬ ਹੋ ਜਾਂਦਾ ਹੈ, ਨਿਮਾਣਾ ਹੋ ਜਾਂਦਾ ਹੈ, ਨਿਤਾਣਾ ਹੋ ਜਾਂਦਾ ਹੈ। ਕਿਉਂਕਿ ਪਰਮੇਸ਼ਰ ਨੂੰ
ਕੌਣ ਪਾਉਂਦਾ ਹੈ? ਜਿਹੜਾ ਨਿਮਾਣਾ ਹੈ, ਨਿਤਾਣਾ ਹੈ, ਜਦੋਂ ਸਾਡਾ ਆਪਾ ਖਤਮ ਹੁੰਦਾ ਹੈ। ਗਰੀਬ ਨਿਵਾਸ ਹੈ। ਏਕ ਮਹਿਲ ਤੂੰ ਪੰਡਤ ਬਖਤਾ, ਏਕ ਮਹਿਲ ਖਲ ਹੋਤਾ। ਇੱਕ ਮਹਿਲ ਦੇ ਵਿੱਚ ਇਹ ਫਿਰ ਪੰਡਤ ਬਣ ਜਾਂਦਾ ਹੈ, ਵਿਦਵਾਨ ਬਣ ਜਾਂਦਾ ਹੈ। ਜਿਹੜਾ ਨਿਜ ਮਹਿਲ ਹੈ, ਜਦੋਂ ਉੱਥੇ ਵਾਸਾ ਹੋ ਜਾਂਦਾ ਹੈ, ਫਿਰ ਮਨ ਜਿਹੜਾ ਹੈ ਗਿਆਨਵਾਨ ਹੋ ਜਾਂਦਾ ਹੈ। ਤੇ ਇੱਕ ਮਹਿਲ ਦੇ ਵਿੱਚ ਇਹ ਮੂਰਖ ਹੈ, ਖਲ ਦੀ ਤਰ੍ਹਾਂ ਹੈ, ਮੂਰਖ ਹੁੰਦਾ ਹੈ। ਕਿਉਂਕਿ ਜਿੰਨੀ ਦੇਰ ਆਪਣੇ ਘਰ ਦੀ ਸੋਝੀ ਨਹੀਂ ਆਉਂਦੀ, ਉਨੀ ਦੇਰ ਮਨ ਮੂਰਖ ਹੈ। ਤੇ ਜਦੋਂ ਆਪਣੇ ਘਰ ਦਾ ਗਿਆਨ ਹੋ ਜਾਂਦਾ, ਆਪਣੇ ਮਹਿਲ ਦਾ ਗਿਆਨ ਹੋ ਜਾਂਦਾ ਹੈ, ਉੱਥੇ ਫਿਰ ਮਨ ਪੰਡਤ ਹੋ ਜਾਂਦਾ ਹੈ, ਵਿਦਵਾਨ ਬਣ ਜਾਂਦਾ ਹੈ, ਤੇ ਉੱਥੇ ਪਰਮੇਸ਼ਰ ਦੀਆਂ ਗੱਲਾਂ ਕਰਦਾ ਹੈ। ਏਕ ਮਹਿਲ ਤੂੰ ਸਭ ਕਿਛ ਗ੍ਰਾਹਾਜ, ਇੱਕ ਮਹਿਲ ਕਛੂ ਨਾ ਲੇਤਾ। ਇੱਕ ਮਹਿਲ ਦੇ ਵਿੱਚ ਇਹ ਸਾਰਾ ਕੁਛ ਪ੍ਰਾਪਤ ਕਰ ਲੈਂਦਾ ਹੈ। ਜਦੋਂ ਆਪਣੇ ਨਿਜ ਮਹਿਲ ਦੇ ਵਿੱਚ ਜਾਂਦਾ ਹੈ, ਉੱਥੇ ਮਨ ਆਪਣਾ ਜੋ ਸਾਰਾ ਕੁਛ ਜਿਸ ਵਾਸਤੇ ਆਇਆ ਹੈ ਉਸ ਨੂੰ ਪਾ ਲੈਂਦਾ ਹੈ, ਪ੍ਰਾਪਤ ਕਰ ਲੈਂਦਾ ਹੈ। ਤੇ ਇੱਕ ਮਹਿਲ ਦੇ ਵਿੱਚ ਜਿਹੜਾ ਇਹ ਬਗਾਨਾ ਹੈ, ਉੱਥੇ ਇਸ ਨੂੰ ਕੁਛ ਵੀ ਪ੍ਰਾਪਤ ਨਹੀਂ ਹੁੰਦਾ। ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਣ ਹਾਰੋ ਜਾਣੈ। ਤੇ ਸਮਝਾਉਂਦੇ ਨੇ ਕਿ ਸਾਡਾ ਸਰੀਰ ਹੈ ਇੱਕ ਕਾਠ ਦੀ ਪੁੱਤਰੀ ਦੀ ਤਰ੍ਹਾਂ ਹੈ, ਤੇ ਪਰਮੇਸ਼ਰ ਇਸ ਨੂੰ ਖਿਲਾਉਂਦਾ ਹੈ, ਤੇ ਉਹ ਜਾਣਦਾ ਹੈ। ਉਹ ਜਦੋਂ ਸਾਨੂੰ ਜਨਾਹ ਦਿੰਦਾ ਹੈ, ਫਿਰ ਸਾਨੂੰ ਸਾਰਾ ਕੁਛ ਪ੍ਰਾਪਤ ਹੋ ਜਾਂਦਾ ਹੈ। ਜਦ ਤੱਕ ਉਹ ਮਾਲਕ ਦਇਆ ਨਹੀਂ ਕਰਦਾ, ਤੇ ਅਸੀਂ ਸਾਡੇ ਵੱਸ ਨਹੀਂ, ਅਸੀਂ ਕੁਛ ਵੀ ਨਹੀਂ ਕਰ ਸਕਦੇ। ਜੈਸਾ ਭੇਖ ਕਰਾਵੈ ਬਾਜੀਗਰ, ਉਹ ਤੈਸੋ ਹੀ ਸਾ ਜਾਣੈ। ਜਿਹਾ ਜਿਹਾ ਪ੍ਰਭੂ ਸਾਨੂੰ ਜਣਾਉਂਦਾ ਹੈ, ਜਿਹੋ ਜਿਹਾ ਗਿਆਨ ਦਿੰਦਾ ਹੈ, ਉਹੋ ਜਿਹਾ ਸਾਨੂੰ ਪ੍ਰਾਪਤ ਹੁੰਦਾ ਹੈ। ਜਿਹਾ ਜਿਹਾ ਭੇਖ ਕਰਾ ਦਿੰਦਾ ਹੈ, ਨਿਰਾਕਾਰ ਦੇ ਵਿੱਚ, ਆਕਾਰ ਰੂਪ ਦੇ ਵਿੱਚ ਸਾਨੂੰ ਦਿਖਾ ਦਿੰਦਾ ਹੈ, ਮਨ ਅਸਥੂਲ ਰੂਪ ਹੋ ਜਾਂਦਾ ਹੈ। ਤੇ ਜਦੋਂ ਦਇਆ ਕਰਦਾ ਹੈ, ਕਿਰਪਾ ਕਰਦਾ ਹੈ, ਮਨ ਪ੍ਰਕਾਸ਼ ਰੂਪ ਹੋ ਜਾਂਦਾ ਹੈ, ਕਿਉਂਕਿ ਉਸ ਦੀ ਦਇਆ ਤੇ ਹੈ। ਉਹ ਖਿਲਾਵਣਹਾਰ ਹੈ, ਜਿਵੇਂ ਖਿਲਾਉਂਦਾ ਹੈ ਉਵੇਂ ਖੇਲਦੇ ਹਾਂ। ਅਨੇਕ ਕੋਠੜੀ ਬਹੁ ਭਾਤ ਕਰੀਆ, ਆਪ ਹੋਆ ਰਖਵਾਰਾ। ਹੁਣ ਪ੍ਰਭੂ ਨੇ ਬਹੁਤ ਤਰ੍ਹਾਂ ਦੀਆਂ ਕੋਠੜੀਆਂ ਕੀਤੀਆਂ ਨੇ ਤਿਆਰ, ਅਨੇਕ ਭਾਤ ਦੀਆਂ। ਜਿਵੇਂ ਬ੍ਰਹਮਪੁਰੀ ਹੈ, ਵਿਸ਼ਨੂਪੁਰੀ, ਸ਼ਿਵਪੁਰੀ, ਇਹ ਮਾਇਆ ਦੇ ਦੇਸ਼ ਦੇ ਵਿੱਚ ਤਿਆਰ ਕੀਤੀਆਂ ਨੇ। ਤੇ ਨਿਜ ਮਹਿਲ ਚੌਥਾ ਪਦ ਉਹ ਮਨ ਵਾਸਤੇ ਜੋ ਹੈ, ਇੱਦਾਂ ਪ੍ਰਭੂ ਨੇ ਕੋਠੜੀਆਂ ਤਿਆਰ ਕੀਤੀਆਂ ਨੇ। ਤੇ ਸਾਡੇ ਸਾਰਿਆਂ ਵਾਸਤੇ ਇੱਕੋ ਕੋਠੜੀ ਹੈ, ਜਿਹੜੀ ਕੋਠੜੇ ਦੇ ਵਿੱਚ ਕੋਠੜੀ ਹੈ, ਜਿਸ ਨੂੰ ਪਰਮ ਕੋਠੀ ਵੀ ਕਹਿੰਦੇ ਹਾਂ, ਜਿਹਨੂੰ ਬਾਬਾ ਕਬੀਰ ਜੀ ਸਮਝਾਉਂਦੇ ਨੇ, ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ, ਗੁਰਦੀਨੀ ਬਸਤ ਕਮੀਰ ਕੋ ਲੇਵੂ ਬਸਤ ਸੁਮਾਰ, ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ। ਇਹ ਕੋਠੀਆਂ ਇੱਦਾਂ ਪ੍ਰਭੂ ਨੇ ਬਣਾਈਆਂ ਨੇ। ਤੇ ਰਖਵਾਲਾ ਵੀ ਆਪ ਹੈ, ਜਿਹੜਾ ਨਿਜ ਮਹਿਲ ਹੈ ਉਸ ਦੀ ਰਖਵਾਲੀ ਵੀ ਆਪ ਕਰਤਾ ਹੈ। ਜੈਸੇ ਮਹਿਲ ਰੱਖ ਹੈ ਤੈਸੇ ਰਹਿਣਾ, ਕਿਆ ਇਹ ਕਰੈ ਬੇਚਾਰਾ। ਹੁਣ ਜਿਹੋ ਜਿਹੇ ਮਹਿਲ 'ਚ ਰੱਖਦਾ ਹੈ, ਕਿਸੇ ਨੂੰ ਤਮੋ ਗੁਣੀ ਬਣਾ ਦਿੰਦਾ ਹੈ, ਕਿਸੇ ਨੂੰ ਰਜੋ ਗੁਣੀ ਬਣਾ ਦਿੰਦਾ ਹੈ, ਕਿਸੇ ਨੂੰ ਸਤੋ ਗੁਣੀ ਬਣਾ ਦਿੰਦਾ ਹੈ, ਤੇ ਕਿਸੇ ਨੂੰ ਨਿਜ ਮਹਿਲ ਦੇ ਵਿੱਚ ਦਾ ਗਿਆਨ ਕਰਾ ਕੇ ਨਿਜ ਮਹਿਲ ਦੇ ਵਿੱਚ ਵਾਸਾ ਕਰਵਾ ਦਿੰਦਾ ਹੈ। ਪਰ ਇਹ ਸਾਰਾ ਉਸ ਪ੍ਰਭੂ ਦੇ ਬਸ ਹੈ, ਉਸ ਦੀ ਦਇਆ ਤੇ ਨਿਰਭਰ ਕਰਦਾ ਹੈ, ਕਿਉਂਕਿ ਆਪ ਆਪਣੀ ਕੋਠੜੀ ਦਾ ਰਖਵਾਲਾ ਹੈ। ਜਿਨ ਕਿਛ ਕੀਆ ਸੋਈ ਜਾਣੈ, ਜਿਨ ਇਹ ਸਭ ਬਿਦ ਸਾਜੀ। ਵੀ ਜੀ ਨੇ ਆਪ ਇਹ ਸਾਰਾ ਕੁਛ ਕੀਤਾ ਹੈ, ਤ੍ਰੈ ਗੁਣ ਪੈਦਾ ਕੀਤੇ, ਚੌਥਾ ਪਦ ਪੈਦਾ ਕੀਤਾ, ਉਹ ਆਪ ਹੀ ਇਹ ਜਾਣਦਾ ਹੈ ਕਿਸ ਨੂੰ ਕਿੱਥੇ
ਰੱਖਣਾ ਹੈ, ਕੌਣ ਕਿੱਥੇ ਦੇ ਲਾਇਕ ਹੈ। ਕਹੋ ਨਾਨਕ ਅਪਰੰਪਰ ਸੁਆਮੀ, ਕੀਮਤ ਆਪਣੇ ਕਾਜੀ। ਤੇ ਉਹ ਪਰੰਪਰ ਹੈ ਮਾਲਕ, ਜਿਨ੍ਹਾਂ ਨੂੰ ਆਪਣਾ ਜਲਾਉਂਦਾ ਹੈ ਉਹਨਾਂ ਨੂੰ ਫਿਰ ਆਪਣੇ ਕਾਜ ਦੇ ਵਿੱਚ ਲਾ ਲੈਂਦਾ, ਆਪਣੇ ਕਰਮ ਦੇ ਵਿੱਚ ਲਾ ਦਿੰਦਾ ਹੈ, ਕਿਉਂਕਿ ਆਪ ਸਿਆਣਾ ਹੈ। ਜੋ ਉਸ ਨੂੰ ਪਾਉਂਦਾ ਹੈ ਉਸ ਨੂੰ ਫਿਰ ਕਰਮ ਦੇ ਵਿੱਚ ਲਾਉਂਦਾ ਹੈ। ਉਹ ਫਿਰ ਉਸ ਪ੍ਰਭੂ ਦਾ ਗਿਆਨ ਦਿੰਦੇ ਨੇ, ਉਹਨਾਂ ਦੁਆਰਾ ਆਪਣੀ ਕੀਮਤ ਆਪ ਪਾਉਂਦਾ ਹੈ, ਕਿਉਂਕਿ ਹੋਰ ਉਸ ਦੀ ਦੂਜਾ ਕੋਈ ਕੀਮਤ ਨਹੀਂ ਜਾਣਦਾ। ਇਸ ਕਰਕੇ ਫਿਰ ਜਦੋਂ ਉਹ ਪ੍ਰਗਟ ਹੋ ਜਾਂਦਾ ਹੈ, ਜਿਨ੍ਹਾਂ ਨੂੰ ਜਨਾ ਦਿੰਦਾ ਹੈ ਉਹਨਾਂ ਨੂੰ ਡਰ ਖਤਮ ਹੋ ਜਾਂਦਾ ਹੈ, ਅਤੇ ਜਿਹੜੇ ਤ੍ਰੈ ਗੁਣਾਂ ਦੇ ਵਿੱਚ ਵਿਚਰਦੇ ਨੇ ਉਹ ਭੈ ਦੇ ਵਿੱਚ ਰਹਿੰਦੇ ਨੇ, ਡਰ ਦੇ ਵਿੱਚ ਰਹਿੰਦੇ ਨੇ, ਕਿਉਂਕਿ ਦੋ ਹੀ ਮਹਿਲ ਨੇ, ਇੱਕ ਆਪਣਾ ਨਿਜ ਮਹਿਲ ਹੈ, ਇੱਕ ਬੇਗਾਨਾ ਮਹਿਲ ਹੈ। ਹੁਣ ਅਸੀਂ ਕਿੱਥੇ ਵਸਦਾ, ਸਾਰਾ ਸੰਸਾਰ ਜਿਹੜਾ ਹੈ ਉਹ ਬੇਗਾਨੇ ਘਰ ਵਿੱਚ ਵਸਦਾ ਹੈ, ਬੇਗਾਨੇ ਮਹਿਲ ਦੇ ਵਿੱਚ ਵਸਦਾ ਹੈ। ਅਤੇ ਜਿਹੜੇ ਗੁਰਮੁਖ ਨੇ, ਸਨਮੁਖ ਹੁੰਦੇ ਨੇ, ਗਿਆਨ ਲੈਂਦੇ ਨੇ, ਗੁਰਸਿੱਖ ਲੈਂਦੇ ਨੇ, ਉਹ ਕਿੱਥੇ ਵਸਦੇ ਨੇ, ਨਿਜ ਮਹਿਲ ਦੇ ਵਿੱਚ, ਜਿੱਥੇ ਸਾਡੇ ਮਨ ਦਾ ਸਾਰਾ ਕੁਛ ਹੀ ਰੱਖਿਆ ਹੈ ਮਾਲਕ ਨੇ। ਮਨ ਇਸ਼ਨਾਨ ਵੀ ਕਰਦਾ ਹੈ, ਮਨ ਧਿਆ ਕੇ ਤ੍ਰਿਪਤ ਵੀ ਹੁੰਦਾ ਹੈ, ਮਨ ਉਸ ਪ੍ਰਭੂ ਦੀ ਵਿਚਾਰ ਵੀ ਕਰਦਾ ਹੈ। ਅਗਲਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ, ਮਹੱਲਾ ਪੰਜਵਾਂ। ਛੋੜ ਛੋੜ ਰੇ ਵਿਖਿਆ ਕੇ ਰਸੂਆ, ਉਰਜ ਰਹਿਓ ਰੇ ਬਾਬਰ ਗਾਵਰ, ਜਿਉ ਕਿਰਖੈ ਹਰਿ ਆਇਓ ਪਸ਼ੂਆ। ਹੁਣ ਮਨ ਨੂੰ ਸਮਝਾਉਂਦੇ ਨੇ ਸਤਿਗੁਰੂ ਜੀ ਕਿ ਹੇ ਮਨ, ਤੂੰ ਇਹ ਜਿਹੜਾ ਤ੍ਰੈ ਗੁਣ ਮਾਇਆ ਜਿਹੜੀ ਵਿਖ ਹੈ, ਇਹਦੇ ਰਸਾਂ ਨੂੰ ਤਿਆਗ ਦੇ, ਛੱਡ ਦੇ, ਕਿਉਂਕਿ ਇਹ ਰਸ ਇੱਦਾਂ ਦੇ ਨੇ ਜਿਵੇਂ ਇੱਕ ਪਸ਼ੂ ਹਰਿਆਈ ਨੂੰ ਦੇਖ ਕੇ ਹਰਿਆਈ 'ਚ ਉੱਡ ਜਾਂਦਾ ਹੈ, ਅਤੇ ਇੱਦਾਂ ਮਨ ਸਾਡਾ ਪਸ਼ੂ ਦੀ ਨਿਆਈ ਹੈ, ਕਿਉਂਕਿ ਅਸੀਂ ਮਨੁੱਖ ਹਾਂ, ਅਸੀਂ ਨਾਮ ਰਸ ਨੂੰ ਪੀਣਾ ਹੈ। ਤ੍ਰੈ ਗੁਣ ਜਿਹੜਾ ਵਿਖ ਰਸ ਹੈ ਇਸ ਨੂੰ ਤਿਆਗਣਾ ਹੈ। ਇਸ ਕਰਕੇ ਸਮਝਾਉਂਦੇ ਨੇ, ਪਰ ਮਨ ਇਸ ਮਾਇਆ ਦੇ ਵਿੱਚ ਉਰਜਿਆ ਹੋਇਆ ਹੈ। ਉਰਜ ਰਹਿਓ ਰੇ ਬਾਬਰ ਗਾਵਰ, ਜਿਉ ਕਿਰਖੈ ਹਰਿ ਆਇਓ ਪਸ਼ੂਆ। ਵੀ ਜਿਵੇਂ ਪਸ਼ੂ ਘਾਹ ਫੂਸ ਖਾਣ ਦੇ ਵਿੱਚ ਉਲਝੇ ਰਹਿੰਦੇ ਨੇ, ਇੱਦਾਂ ਮਨ ਸਾਡਾ ਇਸ ਵਿਖਿਆ ਦੇ ਤ੍ਰੈ ਗੁਣਾਂ ਦੇ ਰਸਾਂ ਦੇ ਵਿੱਚ, ਸਰੀਰਕ ਰਸਾਂ ਦੇ ਤੱਕ ਸੀਮਿਤ ਰਹਿ ਜਾਂਦਾ ਹੈ, ਉਰਜਿਆ ਰਹਿੰਦਾ ਹੈ। ਪਰ ਮਨ ਨੂੰ ਸਮਝਾਉਂਦੇ ਨੇ ਕਿ ਇਹਨਾਂ ਰਸਾਂ ਨੂੰ ਛੱਡ ਦੇ, ਕਿਉਂਕਿ ਜੇ ਇਹ ਰਸ ਛੱਡੇਗਾ ਫਿਰ ਉਹ ਰਸ ਆਏਗਾ। ਜਦ ਤੱਕ ਇਹਨਾਂ ਰਸਾਂ ਦੇ ਵਿੱਚ ਹੈ ਫਿਰ ਉਹ ਰਸ ਸਾਨੂੰ ਪ੍ਰਾਪਤ ਨਹੀਂ ਹੁੰਦਾ। ਜਦੋਂ ਅਸੀਂ ਇਹਨਾਂ ਰਸਾਂ ਨੂੰ ਛੱਡਾਂਗੇ ਫਿਰ ਉਹ ਰਸ ਸਾਨੂੰ ਹਰੀ ਦਾ ਰਸ ਪ੍ਰਾਪਤ ਹੁੰਦਾ ਹੈ। ਜੋ ਜਾਣੈ ਤੂੰ ਆਪਣਾ ਕਾਜੈ, ਸੋ ਸੰਗ ਨ ਚਾਲੈ ਤੇਰੇ ਤਸੂਆ। ਵੀ ਜਿਨ੍ਹਾਂ ਨੂੰ ਮਨ ਆਪਣਾ ਸਮਝਦਾ ਹੈ ਵੀ ਇਹ ਮੇਰੇ ਕਰਮ ਦੀਆਂ ਚੀਜ਼ਾਂ ਨੇ, ਇਹ ਮੇਰੇ ਕੰਮ ਦੀਆਂ ਚੀਜ਼ਾਂ ਨੇ, ਉਹ ਮਹਾਰਾਜ ਸਮਝਾਉਂਦੇ ਕਿ ਤੇਰੇ ਕੁਛ ਵੀ ਨਾਲ ਨਹੀਂ ਜਾਣਾ, ਸੰਸਾਰ ਦਾ ਕੁਛ ਵੀ ਨਾਲ ਨਹੀਂ ਜਾਣਾ। ਮਨ ਦੇ ਨਾਲ ਜਾਣਾ ਹੈ ਸਿਰਫ ਨਾਮ ਨੇ। ਉਸ ਨੂੰ ਇਹ ਚੇਤਦਾ ਨਹੀਂ, ਅਤੇ ਜਿੱਥੇ ਜੋ ਨਾਲ ਨਹੀਂ ਜਾਣਾ ਉਸ ਦੇ ਨਾਲ ਮਨ ਪਿਆਰ ਪਾਉਂਦਾ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸ ਕਾ ਸਰਮ ਕਰੈ, ਸੰਗ ਸਹਾਈ ਸਰ ਪਰ ਹਰੈ। ਚੰਦਨ ਲੇਪ ਉਤਾਰੈ ਧੋਏ, ਗਰਤਵ ਪ੍ਰੀਤ ਭਸਮ ਸੰਗ ਹੋਏ। ਅੰਧਕੂਪ ਮੈਂ ਪਤਿਤ ਬੇਕਰਾਲ, ਨਾਨਕ ਕਾਢ ਲਿਹੋ ਪ੍ਰਭ ਦਿਆਲ। ਮਨ ਜਿਹੜੀ ਚੀਜ਼ ਨੂੰ ਨਾਲ ਜਾਣਾ ਹੈ ਉਸ ਨੂੰ ਪ੍ਰਾਪਤ ਨਹੀਂ ਕਰਦਾ, ਅਤੇ ਜਿਸ ਨੂੰ ਛੱਡ ਕੇ ਜਾਣਾ ਹੈ ਉਸ ਦੇ ਨਾਲ ਪਿਆਰ ਪਾਉਂਦਾ, ਉਹਨਾਂ ਰਸਾਂ ਦੇ ਵਿੱਚ ਉਰਜਿਆ ਰਹਿੰਦਾ ਹੈ। ਇਸ ਕਰਕੇ ਸਮਝਾਉਂਦੇ ਨੇ
ਵੀ ਜਿਹਨੂੰ ਤੂੰ ਆਪਣਾ ਸਮਝਦਾ ਹੈ ਉਹ ਤੇਰੇ ਕਿਸੇ ਕੰਮ ਨਹੀਂ ਆਉਣਾ, ਤੇਰੇ ਨਾਲ ਨਹੀਂ ਜਾਣਾ। ਜੋ ਜਾਣਨਾ ਤੂੰ ਆਪਣੇ ਕਾਜਾ, ਸੋ ਸੰਗ ਨਾ ਚਾਲੈ ਤੇਰਾ ਤਸੂਆ। ਕੁਛ ਵੀ ਤੇਰੇ ਨਾਲ ਨਹੀਂ ਜਾਣਾ। ਨਾਂਗੋ ਆਇਓ ਨਾਗ ਸਦਾਸੀ, ਫਿਰ ਫਿਰਿਓ ਅਰ ਕਾਲ ਗਰਸੂਆ। ਵੀ ਤੂੰ ਨੰਗਾ ਹੀ ਆਇਆ ਹੈ ਸੰਸਾਰ ਦੇ ਵਿੱਚ। ਇੱਕ ਤਾਂ ਆਪਣਾ ਸਰੀਰ ਨੰਗਾ ਆਉਂਦਾ ਹੈ, ਇੱਕ ਮਨ ਨੰਗਾ ਆਉਂਦਾ ਹੈ। ਸਰੀਰ ਜਨਮ ਲੈਂਦਾ, ਸਰੀਰ ਵੀ ਆਪਣਾ ਨੰਗਾ ਹੁੰਦਾ ਹੈ। ਲੇਕਿਨ ਇੱਥੇ ਮਨ ਦੀ ਗੱਲ ਕਰਦੇ ਹਾਂ ਕਿ ਮਨ ਇੱਥੇ ਲੈ ਕੇ ਕੁਛ ਵੀ ਨਹੀਂ ਆਉਂਦਾ। ਸਿਰਫ ਇਹ ਸਰੀਰ ਮਨ ਦੇ ਨਾਲ ਇੱਥੇ ਸੰਸਾਰ 'ਚ ਆਉਂਦਾ ਹੈ, ਕਿਉਂਕਿ ਸਰੀਰ ਦੇ ਨਾਲ ਜੁੜਨ ਕਰਕੇ ਹੀ ਮਨ ਨਾਮ ਨੂੰ ਭੁੱਲ ਕੇ, ਪਾਉਣ 'ਚ ਮਿਲ ਕੇ ਪ੍ਰਭੂ ਨੂੰ ਭੁੱਲਦਾ ਹੈ, ਸਰੀਰ ਨਾਲ ਪਿਆਰ ਪਾਉਂਦਾ ਹੈ। ਪਰ ਇਹ ਸਰੀਰ ਵੀ ਅੰਤ ਸਮੇਂ ਨਾਲ ਨਹੀਂ ਜਾਣਾ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਜੋ ਤਨ ਉਪਜੋ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਵੀ ਜਿਹੜਾ ਨਾਲ ਤੇਰੇ ਆਇਆ ਤਾਂ ਹੈ ਸੰਸਾਰ ਦੇ ਵਿੱਚ, ਪਰ ਇਹਨੇ ਵੀ ਤੇਰਾ ਸਾਥ ਨਹੀਂ ਦੇਣਾ। ਇਸ ਕਰਕੇ ਸਮਝਾਉਂਦੇ ਨੇ, ਪਰ ਤੂੰ ਕਹਿੰਦੇ ਫਿਰ ਵੀ ਕਾਲ ਦੇ ਗ੍ਰਸਤ ਦੇ ਵਿੱਚ ਗ੍ਰਸਿਆ ਹੋਇਆ ਹੈ। ਨਾਂਗੋ ਆਇਓ ਨਾਗ ਸਦਾਸੀ, ਫਿਰ ਫਿਰਿਓ ਅਰ ਕਾਲ ਗ੍ਰਸੂਆ। ਕਹਿੰਦੇ ਇੱਥੇ ਫਿਰ ਤੂੰ ਬਾਰ-ਬਾਰ ਕਾਲ ਦੇ ਗ੍ਰਸਤ ਦੇ ਵਿੱਚ ਰਹਿੰਦਾ ਹੈ, ਕਿਉਂਕਿ ਕਾਲ ਤੋਂ ਸਾਨੂੰ ਕਿਸ ਨੇ ਛਡਾਉਣਾ ਹੈ? ਨਾਮ ਨੇ। ਪੇਖ ਪੇਖ ਰੇ ਕੁਸੁੰਭ ਕੀ ਲੀਲਾ, ਰਾਚ ਮਾਚ ਤਿਨਹੂ ਲੋ ਹਸੂਆ। ਇਹ ਜਿਹੜਾ ਸੰਸਾਰ ਹੈ, ਇਸ ਨੂੰ ਇੱਕ ਕੁਸੁੰਭ ਦੀ ਨਿਆਈ ਦੱਸਿਆ ਹੈ। ਕੁਸੁੰਭ ਦਾ ਜਿਹੜਾ ਰੰਗ ਹੈ ਬਹੁਤ ਛੇਤੀ ਉਤਰ ਜਾਂਦਾ ਹੈ। ਕੁਸੁੰਭ ਹੁੰਦੇ ਨੇ ਖੇਤਾਂ ਦੇ ਵਿੱਚ, ਅਤੇ ਉਹ ਜਿਹੜਾ ਰੰਗ ਹੁੰਦਾ ਕੱਚਾ ਰੰਗ ਹੁੰਦਾ ਹੈ। ਕੱਪੜਿਆਂ ਨੂੰ ਵੀ ਲੱਗ ਜਾ ਕਰਦਾ ਸੀ ਅਤੇ ਉਤਰ ਜਾਂਦਾ, ਝਾੜਿਆ ਉਤਰ ਜਾਂਦਾ ਹੈ। ਇੱਦਾਂ ਦਾ ਸੰਸਾਰ ਹੈ, ਜਿਸ ਨੂੰ ਬਾਬਾ ਰਵਿਦਾਸ ਜੀ ਸਮਝਾਉਂਦੇ ਨੇ, ਜੈਸੇ ਰੰਗ ਕੁਸੁੰਭ ਕਾ ਤੈਸੋ ਇਹ ਸੰਸਾਰ, ਮੇਰੇ ਰਮਈਆ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ। ਵੀ ਜਿਹੜਾ ਸੰਸਾਰ ਦਾ ਰੰਗ ਹੈ ਕੁਸੁੰਭ ਦੀ ਤਰ੍ਹਾਂ ਹੈ, ਅਤੇ ਪਰਮੇਸ਼ਰ ਦਾ ਰੰਗ ਮਜੀਠ ਦੀ ਤਰ੍ਹਾਂ ਹੈ। ਪਰ ਮਨ ਸਾਡਾ ਇਸ ਸੰਸਾਰ ਦੇ ਨਾਲ, ਇਸ ਲੀਲਾ ਦੇ ਨਾਲ, ਜੋ ਪਰਮੇਸ਼ਰ ਦੀ ਲੀਲਾ ਹੈ, ਜਿਹੜੀ ਰਚਨਾ ਹੈ, ਇਸ ਦੇ ਨਾਲ ਜੁੜ ਗਿਆ ਹੈ। ਇਹ ਕੁਸੁੰਭ ਦੀ ਨਿਆਈ ਹੈ। ਪੇਖ ਪੇਖ ਰੇ ਕੁਸੁੰਭ ਕੀ ਲੀਲਾ, ਰਾਚ ਮਾਚ ਤਿਨਹੂ ਲਓ ਹਸੂਆ। ਵੀ ਇਹਨਾਂ ਦੇ ਵਿੱਚ ਤੂੰ ਮਸਤ ਹੋਇਆ ਹੈ, ਬੜਾ ਖੁਸ਼ ਹੁੰਦਾ ਇਹਨਾਂ ਪਦਾਰਥਾਂ ਦੇ ਵਿੱਚ, ਸੰਸਾਰਿਕ ਪਦਾਰਥਾਂ ਦੇ ਵਿੱਚ। ਛੀਜਤ ਡੋਰ ਦਿਨਸ ਅਰ ਰੈਣੀ, ਜੀ ਕੋ ਕਾਜ ਨਾ ਕੀਨੋ ਕਛੂਆ। ਵੀ ਇਹ ਤੇਰਾ ਸਮਾਂ ਬੀਤਦਾ ਜਾ ਰਿਹਾ ਹੈ, ਛਿਜਦੀ ਜਾ ਰਹੀ ਹੈ ਜਿਹੜੀ ਡੋਰੀ। ਜਿਵੇਂ ਆਪਾਂ ਦੇਖਦੇ ਹਾਂ ਪਤੰਗ ਉਡਾਉਂਦੇ ਹਾਂ, ਡੋਰੀ ਹੈ, ਉਡਾਉਂਦੇ ਪੇਚੇ ਪਾਉਂਦੇ ਹਾਂ ਅਤੇ ਆਪਣੀ ਡੋਰ ਕੱਸਦੀ ਜਾਂਦੀ ਅਤੇ ਇੱਕ ਦਿਨ ਟੁੱਟ ਜਾਂਦੀ ਹੈ। ਇੱਦਾਂ ਹੀ ਇੱਥੇ ਆਪਣੀ ਡੋਰੀ ਜਿਹੜੀ ਹੈ ਸਵਾਸਾਂ ਦੀ, ਇਹ ਛਿਜਦੀ ਜਾ ਰਹੀ ਹੈ। ਸਮਾਂ ਨੇੜੇ ਆਉਂਦਾ ਜਾਂਦਾ ਹੈ, ਰੋਜ਼ ਦਿਨ ਸਮਾਂ ਕੱਟਦਾ ਹੈ ਆਪਣਾ। ਪਰ ਮਨ ਜਿਸ ਕਾਰਜ ਵਾਸਤੇ ਆਇਆ ਸੀ ਉਸ ਨੂੰ ਕੀਤਾ ਨਹੀਂ। ਛੀਜਤ ਡੋਰ ਦਿਨਸ ਅਰ ਰਹਿਣੀ, ਜਿਵੇਂ ਕੱਲ੍ਹ ਵਿਚਾਰਿਆ ਸੀ, ਔਦ ਕਟੈ ਦਿਨਸ ਅਰ ਰਹਿਣੀ। ਔਦ ਕਟੈ ਦਿਨਸ ਰਹਿਣ, ਦਿਨ ਰਾਤ ਔਦ ਕੱਟਦੀ ਹੈ। ਇੱਦਾਂ ਇੱਥੇ ਵੀ ਸਮਝਾਉਂਦੇ ਨੇ ਕਿ ਡੋਰ ਛਿਜਦੀ ਹੈ, ਰਾਤ ਦਿਨ ਸਾਡਾ ਸਮਾਂ ਕੱਟਦਾ ਜਾਂਦਾ ਹੈ। ਔਦ ਕਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਇਹ ਆਪਾਂ ਕੱਲ੍ਹ ਵਿਚਾਰਦੇ ਸੀ। ਇਸ ਕਰਕੇ ਸਮਝਾਉਂਦੇ ਨੇ, ਸੀਜਤ ਡੋਰ ਦਿਨਸ ਅਰ ਰਹਿਣੀ, ਜੀ ਕੋ ਕਾਜ ਨਾ ਕੀਨੋ ਕਛੂਆ। ਵੀ ਮਨ ਦਾ ਜਿਹੜਾ ਕਾਜ ਸੀ ਉਹ ਤਾਂ ਕੀਤਾ ਹੀ ਨਹੀਂ ਕੋਈ, ਅਤੇ ਸਮਾਂ ਘਟਦਾ ਜਾ ਰਿਹਾ ਹੈ। ਕਰਤ ਕਰਤ ਇਵ ਹੀ ਵਿਰਧਾਨੋ, ਹਾਰਿਓ ਉਕਤੇ ਤਨ ਖਿਨਸੂਆ। ਵੀ ਇੱਕ ਇੱਦਾਂ ਹੀ ਸੰਸਾਰ ਦੇ ਨਾਲ ਜੁੜਿਆ ਹੀ ਜੀਵ ਦਾ ਸਮਾਂ ਬੀਤ ਗਿਆ ਅਤੇ ਬਿਰਧ ਅਵਸਥਾ ਆ ਜਾਂਦੀ ਹੈ, ਬੁੱਢਾ ਹੋ ਜਾਂਦਾ ਹੈ, ਬਿਰਧ ਅਵਸਥਾ ਆ ਜਾਂਦੀ ਹੈ, ਜੀਵਨ ਨੂੰ ਹਾਰ ਜਾਂਦਾ ਹੈ, ਤਨ ਵੀ ਸਾਥ ਦੇਣਾ ਛੱਡ ਦਿੰਦਾ ਹੈ।
ਕਿਉਂਕਿ ਬਿਰਧ ਹੋ ਜਾਂਦਾ ਹੈ। ਜਿਉ ਮੋਹਿਓ ਉਨ ਮੋਹਨੀ ਬਾਲਾ, ਉਸ ਤੇ ਕਟੈ ਨਾਹੀ ਰੋਚ ਚਸੂਆ। ਵੀ ਜਿਵੇਂ ਇਹ ਮਾਇਆ ਹੈ, ਇਹ ਮਨ ਨੂੰ ਮੋਹਦੀ ਹੈ। ਇਹਦੇ ਨਾਲ ਪਿਆਰ ਪਾ ਕੇ ਜਿਵੇਂ ਬੱਚਾ ਮਾਇਆ ਨਾਲ ਪਿਆਰ ਪਾਉਂਦਾ, ਇੱਦਾਂ ਸਾਡਾ ਮਨ ਵੀ ਇਸ ਦੇ ਨਾਲ ਪਿਆਰ ਪਾ ਕੇ ਇਸ ਦੀ ਰੁਚੀ ਘਟਦੀ ਨਹੀਂ ਹੈ। ਮਾਇਆ ਤੋਂ ਟੁੱਟੇਗਾ, ਇਹਨਾਂ ਰਸਾਂ ਨੂੰ ਛੱਡੇਗਾ। ਇਹ ਰਸ ਛੋੜ ਤਾਂ ਉਹ ਰਸ ਆਵਾ। ਵੀ ਇਹ ਰਸਾਂ ਨੂੰ ਛੱਡੇਗਾ, ਫਿਰ ਉਹ ਰਸ ਆਏਗਾ। ਪਰ ਇੱਧਰੋਂ ਰੁਚੀ ਘਟਦੀ ਨਹੀਂ, ਇਸ ਕਰਕੇ ਉਹ ਰਸ ਨੂੰ ਪ੍ਰਾਪਤ ਨਹੀਂ ਕਰਦਾ। ਜਗ ਐਸਾ ਮੋਹ ਗੁਰੂ ਦਿਖਾਇਓ, ਗੁਰਹਿ ਦਿਖਾਇਓ, ਤਉ ਸਰਨ ਪਰਿਓ ਤਜ ਗਰਭ ਸੂਆ। ਫਿਰ ਕਹਿੰਦੇ ਗੁਰੂ ਨੇ ਗਿਆਨ ਦਿੱਤਾ, ਇਹ ਦਿਖਾਇਆ ਸੰਸਾਰ ਵੀ ਸੰਸਾਰ ਇੱਦਾਂ ਦਾ ਕੁਸੁੰਭ ਦੀ ਤਰ੍ਹਾਂ ਹੈ। ਤੇ ਫਿਰ ਕਹਿੰਦੇ ਅਸੀਂ ਇਹ ਗਰਭ ਜਿਹੜਾ ਮਾਇਆ ਦਾ ਸੀ, ਇਸ ਨੂੰ ਛੱਡ ਦਿੱਤਾ, ਇਸ ਮਾਣ ਨੂੰ ਛੱਡ ਦਿੱਤਾ। ਜਗ ਐਸਾ ਮੋਹ ਗੁਰਹਿ ਦਿਖਾਇਓ, ਤਉ ਸਰਨ ਪਰਿਓ ਤਜ ਗਰਭ ਸੂਆ। ਫਿਰ ਕਹਿੰਦੇ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਚਲੇ ਗਏ, ਗੁਰ ਦੀ ਸ਼ਰਨ ਵਿੱਚ ਚਲੇ ਗਏ, ਤੇ ਇਹ ਮੋਹ ਮਾਇਆ ਜਿਹੜਾ ਇਸ ਦਾ ਹੰਕਾਰ ਸੀ, ਮਾਨ ਸੀ, ਇਸ ਨੂੰ ਤਿਆਗ ਦਿੱਤਾ। ਮਾਰਗ ਪ੍ਰਭ ਕੋ ਸੰਤ ਬਤਾਇਓ, ਦਿੜੀ ਨਾਨਕ ਦਾਸ ਭਗਤ ਹਰ ਜਸੂਆ। ਵੀ ਫਿਰ ਸਾਨੂੰ ਉਹ ਮਾਰਗ ਦੱਸਿਆ, ਉਹ ਪੰਥ ਦੱਸਿਆ ਜਿਹੜਾ ਗੋਬਿੰਦ ਮਾਰਗ ਹੈ, ਜਿਹੜਾ ਸਾਡੇ ਘਰ ਨੂੰ ਜਾਂਦਾ ਹੈ। ਤੇ ਕਹਿੰਦੇ ਉਹਨੂੰ ਫਿਰ ਸੰਤਾਂ ਨੇ ਦੱਸਿਆ, ਬਤਾਇਆ। ਉਹ ਮਾਰਗ ਪ੍ਰਭ ਕੋ ਸੰਤ ਬਤਾਇਆ, ਪ੍ਰਭੂ ਦਾ ਮਾਰਗ ਜਿਹੜਾ ਉਹ ਫਿਰ ਸੰਤਾਂ ਬਤਾਇਆ। ਦਿੜੀ ਨਾਨਕ ਦਾਸ ਭਗਤ ਹਰ ਜਸੂਆ। ਵੀ ਫਿਰ ਅਸੀਂ ਉਸ ਜਸ ਨੂੰ ਦ੍ਰਿੜ ਕੀਤਾ, ਉਸ ਗਿਆਨ ਨੂੰ, ਉਸ ਮਾਰਗ ਨੂੰ ਦ੍ਰਿੜ ਕੀਤਾ, ਉਸ ਮਾਰਗ 'ਤੇ ਭਗਤੀ ਕੀਤੀ, ਜਿਹਦੇ ਨਾਲ ਫਿਰ ਇਸ ਸੰਸਾਰ ਨੂੰ ਛੱਡ ਕੇ ਜਿਸ ਕਾਰਜ ਨੂੰ ਮਨ ਆਇਆ ਹੈ, ਉਹ ਕਾਰਜ ਫਿਰ ਪੂਰਾ ਹੁੰਦਾ ਹੈ। ਜਿਵੇਂ ਗੁਰਮੁਖਾਂ ਨੇ ਆਪਣਾ ਕਾਰਜ ਪੂਰਾ ਕੀਤਾ। ਪਰ ਕੀਤਾ ਕਿਵੇਂ? ਸੰਤਾਂ ਦਾ ਸੰਗ ਕੀਤਾ ਤੇ ਗਿਆਨ ਦਿਖਾਇਆ। ਜਦੋਂ ਮਨ ਇੱਕ ਦ੍ਰਿਸ਼ਟ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ, ਫਿਰ ਇਸ ਨੂੰ ਸੋਝੀ ਆਉਂਦੀ ਹੈ ਕਿ ਹੁਣ ਤੱਕ ਤਾਂ ਮੈਂ ਜੋ ਕੀਤਾ ਹੈ ਉਹ ਦੂਜੇ ਵਾਸਤੇ ਹੀ ਕੀਤਾ ਹੈ, ਤਨ ਵਾਸਤੇ ਹੀ ਕੀਤਾ ਹੈ, ਆਪਣੇ ਵਾਸਤੇ ਤਾਂ ਕੁਛ ਕੀਤਾ ਹੀ ਨਹੀਂ ਹੈ। ਫਿਰ ਮਨ ਤੇ ਆਉਂਦਾ ਹੈ, ਕਿਉਂਕਿ ਇੱਕ ਖਿਣ ਦੇ ਵਿੱਚ ਹੀ ਮਨ ਆਪਣੇ ਕਾਰਜ ਸਵਾਰ ਲੈਂਦਾ ਹੈ। ਜੇ ਇੱਕ ਕਿਣਕਾ ਹੀ ਮਨ ਦੇ ਵਿੱਚ ਵਸਾ ਲੈਂਦਾ ਹੈ, ਇੱਕ ਕਿਣਕਾ ਹੀ ਪ੍ਰਵਾਨ ਹੋ ਜਾਂਦਾ ਹੈ ਉਸ ਮਾਲਿਕ ਦੇ ਕੋਲ। ਇੱਕ ਤਿਲ, ਸਾਡੇ ਤਿਲ ਜਿੰਨਾ ਨਾਮ, ਇੱਕ ਤਿਲ ਦਾ ਗਿਆਨ ਸਾਡੇ ਮਨ ਨੂੰ ਇਸ ਕਾਲ ਦੇ ਗ੍ਰਸਤ 'ਚੋਂ ਛੁਡਾ ਦਿੰਦਾ ਹੈ, ਜੇਕਰ ਅਸੀਂ ਸੁਣ ਕੇ ਮੰਨ ਲਈਏ ਤੇ ਭਉ ਕਰ ਲਈਏ। ਸੋ ਆਓ ਹੁਣ ਨਾਲ ਨਾਲ ਆਪਾਂ ਜੋ ਮਨ ਦਾ ਕਾਰਜ ਹੈ ਉਸ ਨੂੰ ਆਪਾਂ ਕਰੀਏ। ਆਪਣੇ ਸਵਾਸਾਂ ਨੂੰ ਲੇਖੇ ਲਵਾਈਏ, ਤਾਂ ਕਿ ਹਰ ਸਵਾਸ ਸਾਡਾ ਉਸ ਪ੍ਰਭੂ ਦੇ ਲੇਖੇ ਲੱਗੇ। ਕਿਵੇਂ ਲੱਗਦਾ ਹੈ? ਮਹਾਰਾਜ ਸਮਝਾਉਂਦੇ ਨੇ ਕਿ ਆਪਾਂ ਪੁੱਛਣਾ ਹੁੰਦਾ ਹੈ। ਜੇ ਬੋਲਾਂਗੇ ਉਹ ਵੀ ਲੇਖੇ 'ਚ ਲੱਗ ਜਾਏਗਾ, ਖਾਵਾਂਗੇ ਉਹ ਵੀ ਲੇਖੇ 'ਚ ਲੱਗ ਜਾਏਗਾ। ਲੇਖੇ ਬੋਲਣ ਬੋਲੀ ਹੈ, ਲੇਖੇ ਖਾਣਾ ਖਾਓ, ਲੇਖੇ ਬਾਰ ਚਲਾਈਏ। ਜੇ ਰਸਤੇ ਚੱਲਾਂਗੇ ਉਹ ਵੀ ਲੇਖੇ ਲੱਗੇਗਾ। ਲੇਖੇ ਸੁਣ ਵਿਖਾਓ, ਕੁਛ ਸੁਣਾਂਗੇ ਕਿਸੇ ਤੋਂ, ਕਿਸੇ ਨੂੰ ਦੱਸਾਂਗੇ, ਉਹ ਵੀ ਲੇਖੇ 'ਚ ਲੱਗੇਗਾ। ਲੇਖੇ ਸਾਹ ਲਵਾਈਏ, ਪੜ੍ਹੇ ਕਿ ਪੁੱਛਣ ਜਾਓ। ਵੀ ਕਿਵੇਂ ਆਪਾਂ ਲੇਖੇ 'ਚ ਸਵਾਸਾਂ ਲਵਾਉਣਾ ਹੈ, ਉਹ ਆਪਾਂ ਪੁੱਛਣਾ ਹੈ ਕਿ ਕਿਵੇਂ ਸਾਡੇ ਸਵਾਸ, ਹਰ ਸਵਾਸ ਸਾਡਾ ਉਸ ਮਾਲਿਕ ਦੇ ਲੇਖੇ ਦੇ ਵਿੱਚ ਲੱਗੇ। ਉਹ ਹੀ ਆਪਾਂ ਅਭਿਆਸ ਕਰਨਾ ਹੈ, ਤਾਂ ਕਿ ਜਿਹੜੇ ਸਾਡੇ ਨੇਤਰ ਨੇ, ਨੇਤਰਾਂ ਨੇ ਕੁਛ ਵੀ ਨਹੀਂ ਕਰਨਾ। ਨੇਤਰਾਂ ਨੇ ਨਾ ਤਾਂ ਬੋਲਣਾ ਹੈ, ਨਾ ਨੇਤਰਾਂ ਨੇ ਸੁਣਨਾ ਹੈ। ਨੇਤਰਾਂ ਦਾ ਕੰਮ ਕੀ ਹੈ? ਸਿਰਫ ਦੇਖਣਾ। ਇਸ ਕਰਕੇ ਦੇਖਣਾ ਕਿਸ ਨੂੰ ਹੈ? ਪਰਮੇਸ਼ਰ ਨੂੰ। ਕਿਵੇਂ ਦੇਖ ਸਕਦੇ ਹਾਂ? ਗੁਰ ਦੇ ਗਿਆਨ ਦੁਆਰਾ, ਗੁਰ ਦੀ ਕਿਰਪਾ ਦੇ ਨਾਲ। ਇਹ ਨੇਤਰੋ ਮੇਰਿਓ ਹਰ ਤੁਮੈ ਜੋ ਧਰੀ, ਹਰ ਬਿਨਾ ਵਰਨਾ ਦੇਖੋ ਕੋਈ।
हर बिन अबर न देखो कोई, नदरी हर निहालिया। ये विस संसार तुम देख दे, ए हर का रूप है, हर रूप नदरी आया। भी ये हरि का रूप नदरी आया। आया किमें है बारे कहते, गुर प्रसादी बूझिया। जब वेखा हर एक है, हर बिना वरना कोई, कह नानक ए नेत्र अंध से, सतगुर मिलिया दिव्य दृष्ट होई। ਜਦੋਂ ਸੱਚਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਸੱਚਾ ਗੁਰ ਪ੍ਰਾਪਤ ਹੋ ਜਾਂਦਾ ਹੈ, ਮਨ ਦਿਵ ਦ੍ਰਿਸ਼ਟ ਹੋ ਜਾਂਦਾ ਹੈ, ਫਿਰ ਹਰੀ ਨੂੰ ਦੇਖਦਾ ਹੈ। ਜਦ ਅਸੀਂ ਉਸ ਨੂੰ ਦੇਖਣਾ ਸ਼ੁਰੂ ਕਰ ਦਿੱਤਾ, ਧਿਆਉਣਾ ਸ਼ੁਰੂ ਕਰ ਦਿੱਤਾ, ਚਾਹੇ ਤੁਰੇ ਜਾਂਦੇ ਹਾਂ, ਚਾਹੇ ਗੱਲਾਂ ਕਰਦੇ ਹਾਂ, ਖਾਂਦੇ ਕੁਛ ਵੀ, ਹਰ ਸਵਾਦ ਸਾਡਾ ਲੇਖੇ ਦੇ ਵਿੱਚ ਹੈ, ਮਾਲਕ ਦੇ ਲੇਖੇ। ਲੇਖਾ ਤਾਂ ਮਾਇਆ ਦੇ ਵਿੱਚ ਵੀ ਹੁੰਦਾ ਹੈ। ਜਦੋਂ ਨਿੰਦਾ ਚੁਗਲੀ ਕਰਦੇ ਹਾਂ, ਉੱਥੇ ਤਮ ਗੁਣ 'ਤੇ ਲੇਖਾ ਹੁੰਦਾ ਹੈ। ਜਦੋਂ ਚਿੰਤਾਵਾਂ ਦੇ ਵਿੱਚ ਜਾਂਦੇ ਹਾਂ, ਰਜੋ ਗੁਣ 'ਤੇ ਲੇਖਾ ਹੁੰਦਾ ਹੈ। ਜਾਂ ਸੰਸਾਰ ਦੇ ਕਰਮ ਬਾਰੇ ਸੋਚਦੇ ਹਾਂ, ਜਦੋਂ ਸਤੋ ਗੁਣ 'ਤੇ ਪੁੰਨ ਦਾਨ ਦਇਆ ਦੀਆਂ ਵਿਚਾਰਾਂ ਕਰਦੇ ਹਾਂ, ਉਦੋਂ ਸਤੋ ਗੁਣ 'ਤੇ ਲੇਖਾ ਹੁੰਦਾ ਹੈ। ਅਤੇ ਜਦੋਂ ਆਪਾਂ ਇੱਕ ਦ੍ਰਿਸ਼ਟ ਹੋ ਕੇ ਉਸ ਮਾਲਕ ਨੂੰ ਜਾਣ ਲੈਂਦੇ ਹਾਂ, ਧਿਆਉਂਦੇ ਹਾਂ, ਫਿਰ ਸਾਡਾ ਲੇਖਾ ਉਸ ਮਾਲਕ ਦੇ ਘਰ ਵਿੱਚ ਹੁੰਦਾ ਹੈ। ਫਿਰ ਹਰ ਸਵਾਦ ਸਾਡਾ ਉੱਥੇ ਜਮ੍ਹਾਂ ਹੁੰਦਾ ਹੈ। ਸੋ ਆਓ ਕਿਵੇਂ ਆਪਾਂ ਕਰਨਾ ਹੈ, ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਨਾ ਹੈ ਜਿੱਥੋਂ ਸਵਾਸ ਆਉਂਦਾ ਹੈ। ਇਹ ਸਿੱਧਾ ਆਪਾਂ ਜਿਹੜਾ ਮਨ ਦਾ ਅੱਗੇ ਚੱਲਦੇ ਸੀ, ਆਪਣੀ ਮਤ ਦੁਆਰਾ ਮਨ ਚੱਲਦਾ ਹੈ, ਇਹ ਰਸਤਾ ਆਪਾਂ ਛੱਡ ਦੇਣਾ ਹੈ ਅਤੇ ਇੱਧਰ ਆਪਾਂ ਚੱਲਣਾ ਹੈ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਦੂਜੀ ਛੋੜ ਕੁਵਾਟਰੀ ਇੱਕ ਸਿਓ ਚਿਤ ਲਾਏ, ਦੂਜੇ ਭਾਵੇਂ ਨਾਨਕਾ ਬਾਹੇ ਲੁੜੰਦੜੀ ਜਾਏ। ਕਿਉਂਕਿ ਦੂਜੇ ਨਾਲ ਆਪਾਂ ਪਿਆਰ ਨਹੀਂ ਪਾਉਣਾ, ਆਪਾਂ ਇੱਕ ਰਸਤਾ ਛੱਡ ਦੇਣਾ ਹੈ ਅਤੇ ਇਸ ਰਸਤੇ ਨੂੰ ਚੱਲਣਾ ਹੈ। ਪਹਿਲਾਂ ਇੱਥੇ ਸਮ ਕਰਨਾ ਹੈ, ਸਮ ਕਰਕੇ ਆਪਣੇ ਆਪ ਨੂੰ ਦੇਖਣਾ ਹੈ। ਜੇ ਕੋਈ ਨਵਾਂ ਜੀਵ ਹੈ, ਉਸਨੇ ਕੀ ਦੇਖਣਾ, ਉਸਨੇ ਇਹ ਦੇਖਣਾ ਹੈ ਕਿ ਸਾਨੂੰ ਨੱਕ ਦਿਸਦਾ, ਅਤੇ ਜਿਹੜੇ ਪਹਿਲਾਂ ਕਮਾਉਂਦੇ ਨੇ ਉਹਨਾਂ ਆਪਣੇ ਪ੍ਰਕਾਸ਼ ਰੂਪ ਨੂੰ ਦੇਖਣਾ ਹੈ। ਅਤੇ ਜੇ ਕੋਈ ਨਵਾਂ ਜੀ ਨੱਕ ਦਿਸਦਾ ਹੈ, ਫਿਰ ਉਸਨੇ ਇਹ ਦੇਖਣਾ ਵੀ ਕਿਸ ਪਾਸਿਓਂ ਦਿਸਦਾ ਹੈ, ਸੱਜੇ ਖੱਬੇ ਜਾਂ ਵਿਚਾਲੇ। ਇੱਧਰੋਂ ਜ਼ਿਆਦਾ ਦਿਖਦਾ ਸੱਜੇ ਪਾਸੇ ਤਮੋ ਗੁਣ ਹੈ, ਇੱਧਰੋਂ ਜ਼ਿਆਦਾ ਦਿਸੇਗਾ ਇੱਕ ਪਾਸੇ ਰਜੋ ਗੁਣ, ਅਤੇ ਜੇ ਵਿਚਾਲੇ ਦਿਸਦਾ ਸਤੋ ਗੁਣ ਹੈ। ਅਤੇ ਜੇ ਨਹੀਂ ਦਿਸਦਾ ਅਸੀਂ ਇੱਕ ਦ੍ਰਿਸ਼ਟ ਹਾਂ, ਅਤੇ ਜਿਹੜੇ ਧਿਆਉਂਦੇ ਨੇ ਉਹੀ ਫਿਰ ਉਹਨਾਂ ਨੂੰ ਪ੍ਰਕਾਸ਼ ਹੋ ਜਾਂਦਾ ਹੈ, ਅਤੇ ਉਹਨਾਂ ਨੂੰ ਇੱਕ ਸ਼ੀਸ਼ੇ ਦੀ ਤਰ੍ਹਾਂ ਨਜ਼ਰ ਆਉਂਦਾ ਹੈ ਆਪਣਾ ਨੱਕ। ਅਤੇ ਫਿਰ ਆਪਾਂ ਇੱਥੋਂ ਜਦੋਂ ਕਵਾਂਗੇ ਸਾਹਮਣੇ, ਫਿਰ ਸਾਹਮਣੇ ਧਿਆਨ ਲਾਵਾਂਗੇ, ਅਤੇ ਜਦੋਂ ਕਵਾਂਗੇ ਮਸਤਕ ਦੇ ਸਾਹਮਣੇ, ਫਿਰ ਪਲਕਾਂ ਉੱਤੇ ਚੱਕ ਦਾਂਗੇ। ਫਿਰ ਜਦੋਂ ਸਾਹਮਣੇ ਕਵਾਂਗੇ, ਫਿਰ ਵਾਪਸ ਸਾਹਮਣੇ, ਫਿਰ ਜਦੋਂ ਕਵਾਂਗੇ ਸਮ ਕਰਕੇ ਦੇਖੀਏ, ਫਿਰ ਇਸ ਪੁਆਇੰਟ 'ਤੇ ਦੋਨਾਂ ਨੂੰ ਦ੍ਰਿਸ਼ਟੀ ਫੋਕਸ ਕਰਕੇ ਦੇਖਾਂਗੇ ਆਪਣੇ ਪ੍ਰਕਾਸ਼ ਰੂਪ ਨੂੰ। ਜੇ ਕੋਈ ਨਵਾਂ ਜੀਵ ਹੋਇਆ ਜਿਸ ਨੂੰ ਪਹਿਲਾਂ ਨੱਕ ਨਜ਼ਰ ਆਉਂਦਾ ਹੈ, ਉਸਨੇ ਫਿਰ ਦੇਖਣਾ ਹੈ ਆ ਕੇ ਕਿ ਦਿਸ ਨੂੰ ਹਟ ਗਿਆ, ਫਿਰ ਉਹ ਇੱਕ ਦ੍ਰਿਸ਼ਟ ਹੋ ਗਿਆ। ਫਿਰ ਆਪਾਂ ਅੱਗੇ ਧਿਆਵਾਂਗੇ ਨੀਚੇ, ਸਾਹਮਣੇ, ਫਿਰ ਮਸਤਕ ਦੇ ਸਾਹਮਣੇ, ਜੋ ਆਪਾਂ ਫਿਰ ਲਗਾਤਾਰ ਆਪਣਾ ਅਭਿਆਸ ਖੁਦ ਕਰਦੇ ਰਹਿਣਾ ਹੁੰਦਾ ਹੈ। ਸੋ ਆਓ ਹੁਣ ਪਹਿਲਾਂ ਨੇਤਰ ਸਮ ਕਰੀਏ, ਆਪਣੇ ਆਪ ਨੂੰ ਦੇਖੀਏ। ਸਾਹਮਣੇ ਲੈ ਕੇ ਆਓ ਧਿਆਨ,
ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦੋ ਜੀ। फिर सामने लेके आओ। फिर सम करके देखो नक थे। अपने प्रकाश रूप ਨੂੰ देखो। जे कोई नवा सी उसने देखना है। जे नक पहला दिसदा सी कि हुण दिसनों हट गया, फिर एक दृष्ट हो गया। जे दिसदा है फिर आपां दो दृष्टि विच हाँ, जे नहीं दिसदा एक दृष्ट हाँ। नीचे लै जो ध्यान, नीचे जो भी आप जिथे बैठे, जिथे थले जो विछया है, चादर है, फर्श जो भी है, उस तो आप थोड़ा जिहा उत्ते ध्यान लगाना है। उत्ते देखने की कोशिश करनी है। उत्थे सानू प्रकाश अनुभव होना शुरू हो जाएगा। पानी की तरह एक हलचल सानू अनुभव होनी शुरू होएगी। फिर सम करके अपने आप नू देखो। फिर नीचे लै जो ध्यान।
सामने लेके आइए ध्यान। मस्तक दे सामने लै जो ध्यान, पलका उत्ते चुक दो। अब फिर सामने लेके आइए ध्यान।
ਨੀਚੇ ਲਾਏ ਜੁੱਤਿਆਂ। और सम करके देखिए अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਹ ਤਾਂ ਜਦੋਂ ਆਪਾਂ ਇਸ ਮਾਰਗ ਨੂੰ ਦ੍ਰਿੜ ਕਰ ਲੈਂਦੇ ਹਾਂ, ਨੇੜੇ ਦੇਖਣ ਦਾ ਅਭਿਆਸ ਹੈ, ਅਤੇ ਹਰ ਸਵਾਲ ਸਾਡਾ ਲੇਖੇ ਲੱਗਦਾ ਹੈ, ਕਿਉਂਕਿ ਸਾਡਾ ਚਿੱਤ ਮਾਲਕ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ। ਸਾਡੇ ਅੰਦਰੋਂ ਭਰਮ ਖਤਮ ਹੋ ਜਾਂਦਾ ਹੈ। ਜਦੋਂ ਭਰਮ ਖਤਮ ਹੋ ਗਿਆ, ਫਿਰ ਇਹ ਸਾਰਾ ਹੀ ਸੰਸਾਰਕ ਰੂਪ ਹੈ। ਆਪਾਂ ਕਿਸੇ ਦਾ ਮਾੜਾ ਨਹੀਂ ਕਰਾਂਗੇ, ਕਿਸੇ ਨਾਲ ਬੇਈਮਾਨੀ ਨਹੀਂ ਕਰਾਂਗੇ, ਕਿਸੇ ਦਾ ਹੱਕ ਨਹੀਂ ਮਾਰਾਂਗੇ, ਕਿਸੇ ਦੇ ਨਾਲ ਕੋਈ ਵੀ ਗਲਤ ਕੋਈ ਆਪਾਂ ਨਹੀਂ ਕਰਾਂਗੇ, ਕਿਉਂਕਿ ਪਾਲਕ ਦੇ ਭੈ ਦੇ ਵਿੱਚ ਰਵਾਂਗੇ। ਸਾਰੇ ਉਸੇ ਦੇ ਹਨ ਅਤੇ ਹਰ ਇੱਕ ਨੂੰ ਸਤਿਕਾਰ ਪਿਆਰ ਦੇਵਾਂਗੇ, ਅਤੇ ਨਾਲ ਨਾਲ ਆਪਣੀ ਦਸਾਂ ਨੌਹਾਂ ਦੀ ਕਿਰਤ ਕਰਕੇ ਆਪਣਾ ਜੀਵਨ ਨਿਰਵਾਹ ਕਰਾਂਗੇ, ਅਤੇ ਲੋਕ ਵੀ ਸਾਡਾ ਸੁਖੀ ਹੋ ਜਾਂਦਾ ਹੈ, ਅਤੇ ਪਰਲੋਕ ਵੀ ਸਹੇਲਾ ਹੋ ਜਾਂਦਾ ਹੈ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।